हेलो स्टूडेंट। आज बच्चों ਅਸੀਂ ਇੱਕ ਚੈप्टर ਪੜਾਂਗੇ। ਕਲਾਸ 5 ਦਾ ਚੈप्टर 11 ਚੇਂਜਿੰਗ ਟ੍ਰੈਂਡਸ ਆਫ ਫੂਡ। ਚੇਂਜਿੰਗ ਟ੍ਰੈਂਡਸ ਆਫ ਫੂਡ ਮੀਨਸ ਭੋਜਨ ਦੇ ਬਦਲਦਾ ਹੋਇਆ ਰੂਪ ਜਾਂ ਵੰਨ ਸੁਵੰਨਾ ਭੋਜਨ। ਬੱਚੇ ਇਸ ਚੈਪਟਰ ਦੇ ਵਿੱਚ ਅਸੀਂ ਗੱਲ ਕਰਨੀ ਹੈ ਗੁਰਜੀਤ ਇੱਕ ਲੜਕਾ ਹੈ ਜਿਹੜਾ ਕਿ ਪਿੰਡ ਦੇ ਵਿੱਚ ਰਹਿੰਦਾ ਹੈ ਆਪਣੇ ਦਾਦਾ ਦਾਦੀ ਔਰ ਸਾਰੀ ਫੈਮਿਲੀ ਦੇ ਨਾਲ। ਉਹਨਾਂ ਦੀ ਸਾਰੀ ਜਿਹੜੀ ਫੈਮਿਲੀ ਹੈ ਉਹ ਟੀਵੀ ਤੇ ਪ੍ਰੋਗਰਾਮ ਦੇਖ ਰਹੀ ਹੈ ਐਗਰੀਕਲਚਰ ਦੇ ਬਾਰੇ। ਕਿਉਂਕਿ ਉਹਨਾਂ ਦੀ ਸਾਰੀ ਜਿਹੜੀ ਫੈਮਿਲੀ ਹੈ ਐਗਰੀਕਲਚਰ ਤੇ ਡਿਪੈਂਡ ਹੈ। ਉਹਨਾਂ ਦੇ ਡੈਡੀ ਦਾਦਾ ਜੀ ਔਰ ਚਾਚਾ ਜੀ ਸਾਰੇ ਖੇਤੀ ਦਾ ਕੰਮ ਕਰਦੇ ਨੇ। ਉਹਨਾਂ ਦੇ ਦਾਦਾ ਜੀ ਬੁਲਕਸ ਦੇ ਨਾਲ ਖੇਤੀ ਕਰਦੇ ਰਹੇ ਨੇ ਔਰ ਉਹਨਾਂ ਦੇ ਜਿਹੜੇ ਅੰਕਲ ਨੇ ਉਹ ਟਰੈਕਟਰ ਦੇ ਨਾਲ ਕਿਉਂਕਿ ਟਰੈਕਟਰ ਨਾਲ ਕਰਦੇ ਨੇ ਕਿਉਂਕਿ ਇੰਨੀਆਂ ਫੈਸਿਲਿਟੀਜ਼ ਮਿਲ ਗਈਆਂ ਨੇ ਤੇ ਹੁਣ ਲੋਕਾਂ ਨੇ ਜਿਹੜੀਆਂ ਮਸ਼ੀਨਾਂ ਦੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬੱਚਿਓ ਜਿਹੜੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਜ਼ਿਆਦਾਤਰ ਉਹ ਖੇਤੀ ਹੀ ਕਰਦੇ ਨੇ ਔਰ ਜਿਨ੍ਹਾਂ ਕੋਲ ਬੱਚਿਓ ਖੇਤੀ ਦੇ ਲਈ ਕੋਈ ਜ਼ਮੀਨ ਨਹੀਂ ਹੁੰਦੀ ਤਾਂ ਉਹ ਕਿਸੇ ਕਹਿੰਦੇ ਨੇ ਟੈਨੈਂਟਡ ਲੈਂਡ ਲੈ ਲੈਂਦੇ ਨੇ, ਕਿਸੇ ਕੋਲੋਂ ਠੇਕੇ ਤੇ ਜਿਹੜੀ ਜ਼ਮੀਨ ਲੈ ਕੇ ਕੰਮ ਕਰ ਲੈਂਦੇ ਨੇ ਔਰ ਉਹ ਜਿਹੜੇ ਬੀਜ ਔਰ ਜਿੰਨੇ ਵੀ ਐਗਰੀਕਲਚਰ ਟੂਲਸ ਹੈ ਖੇਤੀ ਦੇ ਲਈ ਜਿੰਨੇ ਵੀ ਔਜ਼ਾਰਾਂ ਦੀ ਲੋੜ ਹੁੰਦੀ ਹੈ ਫਰਟੀਲਾਈਜ਼ਰ ਖਾਦਾਂ ਪੈਸਟੀਸਾਈਡ ਜਿਹੜੇ ਦਵਾਈਆਂ ਦਾ ਛਿੜਕਾਅ ਔਰ ਉਹ ਚੀਪ ਜਿਹੜਾ ਲੋਨ ਹੈ ਉਹਨਾਂ ਨੂੰ ਸਸਤਾ ਲੋਨ ਜਿਹੜਾ ਪਿੰਡਾਂ ਦੇ ਵਿੱਚ ਬਣੀਆਂ ਹੋਈਆਂ ਕੋਆਪਰੇਟਿਵ ਸੁਸਾਇਟੀਜ਼ ਹੈ ਉਹਨਾਂ ਤੋਂ ਲੈ ਲੈਂਦੇ ਨੇ ਫਿਰ ਉਹ ਆਪਣਾ ਕੰਮ ਕਰਦੇ ਨੇ। ਇਸ ਤੋਂ ਇਲਾਵਾ ਉਹ ਰੀਅਰਿੰਗ ਲਾਈਵ ਸਟਾਕ ਮਤਲਬ ਪਸ਼ੂਆਂ ਨੂੰ ਪਾਲਣ ਦਾ, ਫਿਸ਼ਰਿੰਗ ਮੱਛੀ ਪਾਲਣ ਕੀ ਬੀ ਕੀਪਿੰਗ ਮਧੂਮੱਖੀ ਪਾਲਣ ਔਰ ਮਸ਼ਰੂਮ ਦੀ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦੇ ਨੇ। ਇਸ ਤੋਂ ਇਲਾਵਾ ਉਹ ਸਬਜ਼ੀਆਂ ਔਰ ਫਰੂਟਸ ਵੀ ਉਗਾਉਂਦੇ ਨੇ। ਇਹ ਸਾਰੀ ਨੌਲੇਜ ਉਹਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਐਟ ਦਾ ਡਿਸਟ੍ਰਿਕਟ ਲੈਵਲ ਤੇ ਜ਼ਿਲ੍ਹਾ ਪੱਧਰ ਲੈਵਲ ਤੇ ਉਹਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਖੁੱਲੇ ਹੁੰਦੇ ਨੇ ਉਹਨਾਂ ਤੋਂ ਇਹ ਜਾਣਕਾਰੀ ਜਿਹੜੀ ਹੈ ਮਿਲਦੀ ਹੈ। ਗੁਰਜੀਤ ਦੇ ਦਾਦੀ ਜੀ ਔਰ ਮੰਮਾ ਉਹ ਕੀ ਕੰਮ ਕਰਦੇ ਨੇ, ਉਹ ਅਚਾਰ ਬਣਾਉਂਦੇ ਹਨ ਤੇ ਵੇਚਦੇ ਹਨ, ਸੌਸ ਚਟਨੀਆਂ ਸਪਾਈਸਿਸ ਮਸਾਲੇ ਔਰ ਮੁਰੱਬਾ। ਇਸ ਤੋਂ ਇਲਾਵਾ ਉਹ ਘਰਾਂ ਦੇ ਵਿੱਚ ਜਿਹੜੇ ਵੀ ਪਸ਼ੂ ਰੱਖੇ ਹੁੰਦੇ ਹਨ ਜਿਵੇਂ ਕਿ ਗਾਵਾਂ ਮੱਝਾਂ ਉਹਨਾਂ ਦੀ ਵੀ ਕੇਅਰ ਕਰਦੇ ਨੇ ਔਰ ਜਿਨ੍ਹਾਂ ਕੋਲੋਂ ਜ਼ਮੀਨ ਨਹੀਂ ਹੁੰਦੀ ਬੱਚਿਓ ਉਹ ਆਪਣਾ ਕਿਸੇ ਹੋਰ ਖੇਤਾਂ ਦੇ ਵਿੱਚ ਮਜ਼ਦੂਰੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਇਹ ਐਕਟੀਵਿਟੀ ਹੈ ਬੱਚਿਓ ਤੁਹਾਡੇ ਪਿੰਡ ਦੇ ਵਿੱਚ ਅਗਰ ਜਿਹੜੇ ਬੱਚੇ ਰਹਿੰਦੇ ਨੇ ਉਹਨਾਂ ਨੇ ਆਪਣੇ ਆਲੇ ਦੁਆਲੇ ਦੇਖਣੇ ਹੈ ਕਿ ਉਹਨਾਂ ਦਾ ਨਾਮ ਕੀ ਹੈ ਕਿਸਾਨ ਦਾ ਨੇਮ ਆਫ ਫਾਰਮਰ ਤੇ ਉਹ ਕਿਸ ਟਾਈਪ ਦਾ ਕੰਮ ਕਰਦੇ ਹੈ। ਇਹ ਐਕਟੀਵਿਟੀ ਬੱਚੇ ਤੁਸੀਂ ਖੁਦ ਕਰੋਗੇ। ਨੈਕਸਟ ਐਕਟੀਵਿਟੀ ਹੈ ਕੋਆਪਰੇਟਿਵ ਸੁਸਾਇਟੀ ਕਿਹੜੀਆਂ ਫੈਸਿਲਿਟੀਜ਼ ਦਿੰਦੇ ਹਨ ਤੇ ਉਹਨਾਂ ਦਾ ਕੀ ਬੈਨੀਫਿਟ ਹੈ। ਜਿਵੇਂ ਮੈਂ ਉੱਪਰ ਦੱਸਿਆ ਕਿ ਕੋਆਪਰੇਟਿਵ ਸੁਸਾਇਟੀ ਜਿਹੜੀਆਂ ਨੇ ਲੋਨ ਦਿੰਦੀਆਂ ਨੇ, ਸੀਡਸ ਵੀ ਦੇ ਦਿੰਦੀਆਂ ਨੇ, ਐਗਰੀਕਲਚਰ ਟੂਲਸ ਸਾਰਾ ਕੁਝ ਉਹ ਪ੍ਰੋਵਾਈਡ ਕਰਦੀਆਂ ਨੇ ਤੇ ਉਹਨਾਂ ਦੇ ਕੀ ਫਾਇਦੇ ਨੇ ਇਹ ਤੁਸੀਂ ਖੁਦ ਲਿਖੋਗੇ। ਗੁਰਜੀਤ ਦੇ ਦਾਦਾ ਜੀ ਗੁਰਜੀਤ ਨੂੰ ਦੱਸਦੇ ਹਨ ਕਿ ਸਾਰੇ ਭਾਰਤ ਦੇ ਵਿੱਚ ਖੇਤੀ ਕੀਤੀ ਜਾਂਦੀ ਹੈ ਪਰ ਕਈ ਥਾਵਾਂ ਤੇ ਹਿਲਸ ਨੇ, ਪਹਾੜੀਆਂ ਨੇ, ਦਰਿਆ ਨੇ, ਝਰਨੇ ਵਹਿੰਦੇ ਨੇ, ਡੈਜ਼ਰਟ ਮਾਰੂਥਲ ਹੈ ਔਰ ਕਈ ਥਾਵਾਂ ਤੇ ਜੰਗਲ ਨੇ ਪਰ ਉੱਥੇ ਖੇਤੀ ਕਰਨੀ ਆਸਾਨ ਨਹੀਂ ਹੈ। ਬਹੁਤ ਸਾਰੀਆਂ ਬੱਚਿਓ ਕ੍ਰੌਪਸ ਜਿਹੜੀਆਂ ਨੇ ਸਾਰੀਆਂ ਡਿਫਰੈਂਟ ਸਟੇਟਸ ਦੇ ਵਿੱਚ ਅਲੱਗ-ਅਲੱਗ ਰਾਜਾਂ ਦੇ ਵਿੱਚ ਲੱਗਦੀਆਂ ਨੇ ਅਕੋਰਡਿੰਗ ਟੂ ਸੋਇਲ ਐਂਡ ਕਲਾਈਮੇਟ ਕਿਵੇਂ ਦਾ ਮਿੱਟੀ ਹੈ ਤੇ ਕਿਵੇਂ ਦਾ ਵਾਤਾਵਰਨ ਹੈ ਉਸ ਅਕੋਰਡਿੰਗ ਜਿਹੜੀਆਂ ਅਲੱਗ-ਅਲੱਗ ਫਸਲਾਂ ਲੱਗਦੀਆਂ ਨੇ। ਤੁਸੀਂ ਦੇਖਿਆ ਹੋਏਗਾ ਕਿ ਸੇਬ ਹੈ ਜਿਹੜਾ ਉਹ ਇਸ ਤੇ ਲੱਗਦਾ ਉਹ ਪਹਾੜਾਂ 'ਚ ਲੱਗਦਾ ਹੈ, ਠੀਕ ਹੈ। ਤੇ ਜਿਵੇਂ ਮਸਾਲੇ ਆਪਾਂ ਪਿੱਛੇ ਪੜ੍ਹਿਆ ਕਿ ਸਾਊਥ ਵਿੱਚ ਜ਼ਿਆਦਾ ਜਿਹੜੇ ਕਾਲੀ ਮਿਰਚਾਂ ਸਾਰੇ ਮਸਾਲੇ ਉੱਥੇ ਲੱਗਦੇ ਨੇ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਲੱਗ-ਅਲੱਗ ਸਟੇਟ ਦੇ ਵਿੱਚ ਲੱਗਦੀਆਂ ਨੇ। ਪੰਜਾਬ ਇੱਕ ਐਗਰੀਕਲਚਰ ਸਟੇਟ ਹੈ, ਇੱਥੇ ਖੇਤੀ ਕਰਨੀ ਸੌਖੀ ਹੈ ਕਿਉਂਕਿ ਇੱਥੇ ਸਾਰੇ ਜਿਹੜੇ ਕਿਸਾਨਾਂ ਕੋਲੋਂ ਮਾਡਰਨ ਟੂਲਸ ਨੇ ਔਰ ਇੱਥੇ ਇਰੀਗੇਸ਼ਨ ਹੁੰਦਾ ਬੱਚਿਓ ਖੇਤਾਂ ਨੂੰ ਪਾਣੀ ਦੇਣਾ ਜਾਂ ਸਿੰਚਾਈ ਕਰਨਾ ਉਹ ਕਿੱਥੋਂ ਮਿਲਦੀ ਹੈ। ਜਿਵੇਂ ਇੱਥੇ ਪਾਣੀ ਵੀ ਅੱਛੀ ਮਾਤਰਾ ਦੇ ਵਿੱਚ ਮਿਲ ਜਾਂਦਾ ਹੈ ਔਰ ਇੱਥੇ ਟਿਊਬਵੈਲਸ ਵੀ ਲੱਗੇ ਨੇ ਜਾਂ ਨਹਿਰਾਂ ਨਾਲ ਵੀ ਜਿਹੜੀ ਹੈ ਖੇਤਾਂ ਨੂੰ ਪਾਣੀ ਪਹੁੰਚਾਇਆ ਜਾਂਦਾ ਹੈ ਔਰ ਪ੍ਰੋਟੈਕਟਿਵ ਲੈਂਡ ਹੈ ਔਰ ਇੱਥੇ ਜਿਹੜੀ ਜ਼ਮੀਨ ਹੈ ਉਹ ਉਪਜਾਊ ਹੈ। ਇਸ ਕਰਕੇ ਪੰਜਾਬ ਦੇ ਵਿੱਚ ਖੇਤੀ ਕਰਨੀ ਸੌਖੀ ਹੈ। ਦੂਸਰੀਆਂ ਇੰਡੀਆ ਦੀਆਂ ਜਿਹੜੀਆਂ ਸਟੇਟਸ ਹੈ ਜਿਵੇਂ ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼
ਇੱਥੇ ਕ੍ਰੌਪਸ ਜਿਹੜੀਆਂ ਨੇ ਬਹੁਤ ਖਰਾਬ ਹੁੰਦੀਆਂ ਨੇ, ਕਿਉਂਕਿ ਜਾਂ ਤਾਂ ਇੱਥੇ ਬਹੁਤ ਜ਼ਿਆਦਾ ਰੇਨਫਾਲ, ਬਹੁਤ ਜ਼ਿਆਦਾ ਵਰਖਾ ਆ ਜਾਂਦੀ ਹੈ, ਜਾਂ ਡਰਾਟ ਨੂੰ ਆਪਾਂ ਕਹਿੰਦੇ ਬੱਚਿਓ ਸੋਕਾ, ਯਾਨੀ ਕਿ ਬਿਲਕੁਲ ਵੀ ਬਾਰਿਸ਼ ਨਹੀਂ ਹੁੰਦੀ, ਤਾਂ ਜਿਹੜੀ ਫਾਰਮਰ ਦਾ ਸਾਰਾ ਨੁਕਸਾਨ ਹੋ ਜਾਂਦਾ ਹੈ। ਇਹ ਤੁਸੀਂ ਦੇਖ ਰਹੇ ਹੋ ਕਿਸਾਨ, ਕਿਉਂਕਿ ਜ਼ਮੀਨ ਬਾਰਿਸ਼ ਆਈ ਨਹੀਂ ਹੈ, ਜ਼ਮੀਨ ਨੂੰ ਪਾਣੀ ਮਿਲਿਆ ਨਹੀਂ, ਔਰ ਜਿਹੜੀਆਂ ਫਸਲਾਂ ਉੱਗੀਆਂ ਨਹੀਂ, ਔਰ ਕਿਸਾਨ ਜਿਹੜਾ ਹੈ ਬਹੁਤ ਨੁਕਸਾਨ ਉਠਾਉਂਦਾ ਹੈ। ਅਗਰ ਇੱਥੇ ਤੁਸੀਂ ਦੇਖ ਰਹੇ ਹੋ ਕਿ ਅਗਰ ਹਰਾ ਹਰਾ ਹੈ ਸਾਰਾ, ਪਰ ਇੱਥੇ ਕੀ ਆ ਗਈ, ਰੇਨਫਾਲ ਹੋ ਗਈ, ਬਾਰਿਸ਼ ਆ ਗਈ, ਬਾਰਿਸ਼ ਨਾਲ ਜਿੰਨੀਆਂ ਵੀ ਖੜੀਆਂ ਫਸਲਾਂ ਨੇ ਉਹਨਾਂ ਦਾ ਨੁਕਸਾਨ ਹੋ ਗਿਆ। ਸੋ ਕਈ ਵਾਰੀ ਕਿਸਾਨਾਂ ਨੂੰ ਬਹੁਤ ਵਾਰ ਇਹਨਾਂ ਕੁਦਰਤੀ ਆਫਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਕੀ ਹੁੰਦਾ ਕਿ ਜਦੋਂ ਕਿਸਾਨ ਕਰਜ਼ੇ ਹੇਠ ਡੁੱਬ ਜਾਂਦਾ ਹੈ ਤਾਂ ਉਹ ਹੋਰ ਦੂਜੇ ਸਟੇਟ ਦੇ ਵਿੱਚ ਜਾਂ ਦੂਜੇ ਪਿੰਡਾਂ ਦੇ ਵਿੱਚ ਜਿਹੜੇ ਆ ਕੰਮ ਕਰਨ ਚਲ ਜਾਂਦੇ ਹਨ, ਪਰ ਆਪਣੀ ਫੈਮਿਲੀ ਦੇ ਨਾਲ ਫਿਰ ਇਸ ਤਰ੍ਹਾਂ ਉਹਨਾਂ ਦੇ ਬਹੁਤ ਸਾਰੇ ਫੈਮਿਲੀ ਨੂੰ ਵੀ ਨੁਕਸਾਨ ਉਠਾਉਣਾ ਪੈਂਦਾ ਹੈ, ਬੱਚਿਆਂ ਦੀ ਵੀ ਪੜ੍ਹਾਈ ਦਾ ਜਿਹੜਾ ਹੈ ਨੁਕਸਾਨ ਹੁੰਦਾ ਹੈ। ਇਹ ਤੁਸੀਂ ਦੇਖ ਰਹੇ ਹੋ, ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਬੱਚਿਓ, ਇਹ ਲੁਧਿਆਣੇ ਦੇ ਵਿੱਚ ਹੈ। ਐਗਰੀਕਲਚਰ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਨੂੰ ਕਹਿੰਦੇ ਹਾਂ। ਇੱਥੇ ਨਵੀਆਂ ਜਿਹੜੀਆਂ ਖੋਜਾਂ ਕੀਤੀਆਂ ਜਾਂਦੀਆਂ ਨੇ ਫਸਲਾਂ ਦੇ ਉੱਤੇ, ਔਰ ਇੱਥੇ ਬਹੁਤ ਸਾਰੀ ਜਾਣਕਾਰੀ ਫਿਰ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਵਧੀਆ ਸੋਧੇ ਹੋਏ ਬੀਜ ਜਿਹੜੇ ਹੈ ਇੱਥੇ ਮਿਲਦੇ ਹਨ, ਔਰ ਸਾਲ ਦੇ ਵਿੱਚ ਬੱਚਿਓ ਇੱਥੇ 2 ਵਾਰ ਕਿਸਾਨ ਮੇਲਾ ਲੱਗਦਾ ਹੈ, ਜਿਸ ਕਾਰਨ ਕਿਸਾਨ ਜਿਹੜੇ ਨੇ ਪੰਜਾਬ 'ਚ ਤਾਂ ਆਉਂਦੇ ਹੀ ਹਨ ਹੁੰਮ ਆ ਕੇ ਇੱਥੇ ਮੇਲਾ ਦੇਖਣ ਵਾਸਤੇ। ਤੁਸੀਂ ਦੇਖ ਰਹੇ ਹੋ ਸਿਰਾਂ ਤੇ ਇਹਨਾਂ ਨੇ ਆਪਣੇ ਬੋਰੀਆਂ ਚੱਕੀਆਂ ਹੋਈਆਂ ਨੇ, ਕਿਉਂਕਿ ਇੱਥੇ ਵਧੀਆ ਕਿਸਮ ਦੇ ਜਿਹੜੇ ਆ ਬੀਜ ਆ ਮਿਲਦੇ। ਇਸ ਤੋਂ ਇਲਾਵਾ ਭਾਰਤ ਦੇ ਵਿੱਚ ਹੋਰ ਥਾਵਾਂ ਤੋਂ ਵੀ ਇੱਥੇ ਮੇਲਾ ਦੇਖਣ ਆਉਂਦੇ ਨੇ, ਔਰ 2 ਤੋਂ 3 ਦਿਨ ਤੱਕ ਇਹ ਮੇਲਾ ਲੱਗਦਾ ਹੈ। ਬੜੇ ਹੀ ਹੁੰਮ ਆ ਕੇ ਜਿਹੜੇ ਲੋਕ ਹੈ ਇੱਥੇ ਮੇਲੇ 'ਚ ਆਉਂਦੇ ਹਨ। ਬਹੁਤ ਸਾਰੇ ਸਟਾਲ ਲਗਾਏ ਜਾਂਦੇ ਹਨ, ਔਰ ਐਂਟਰਟੇਨਮੈਂਟ ਗਾਣ ਵਜਾਉਣ ਦਾ ਵੀ ਇੱਥੇ ਪ੍ਰੋਗਰਾਮ ਹੁੰਦਾ ਹੈ, ਔਰ ਖਾਣ ਪੀਣ ਦੇ ਵੀ ਇੱਥੇ ਸਟਾਲ ਲੱਗਦੇ ਹਨ। ਇੱਥੇ ਆ ਕੇ ਲੋਕ ਜਿਹੜੇ ਆ ਪਿਓਰ ਜਿਹੜੇ ਆ ਸੀਡਸ ਇਹਨਾਂ ਨੂੰ ਮਿਲ ਜਾਂਦੇ ਨੇ ਆਪਣੀ ਖੇਤੀ ਦੇ ਵਾਸਤੇ। ਗੁਰਜੀਤ ਦੇ ਅੰਕਲ ਵੀ ਉੱਥੋਂ ਸਪੈਸ਼ਲ ਸੰਡੇ ਨੂੰ ਉਹਨਾਂ ਦੇ ਗੁਰਜੀਤ ਦੇ ਅੰਕਲ ਨੇ ਬੀਜ ਬੀਜੇ ਸੀਗੇ ਉੱਥੇ, ਔਰ ਥੋੜੇ ਦਿਨਾਂ ਬਾਅਦ ਫਿਰ ਐਗਰੀਕਲਚਰ ਜਿਹੜੇ ਐਕਸਪਰਟ ਆਉਂਦੇ ਨੇ ਫਸਲਾਂ ਨੂੰ ਦੇਖਣ ਵਾਸਤੇ, ਫਿਰ ਉਹ ਕਿਸਾਨਾਂ ਨੂੰ ਐਡਵਾਈਸ ਦਿੰਦੇ ਹਨ ਕਿ ਕਿਹੜੇ ਟਾਈਮ ਤੇ ਪਾਣੀ ਲਗਾਉਣਾ ਚਾਹੀਦਾ ਹੈ, ਤਾਂ ਕਿਹੜੀਆਂ ਫਸਲਾਂ ਨੂੰ ਜਿਹੜਾ ਤੁਸੀਂ ਯੂਰੀਆ ਜਾਂ ਖਾਦ ਜਿਹੜੀ ਹੈ ਪਾਣੀ ਚਾਹੀਦੀ ਹੈ। ਹਾਂਜੀ ਬੱਚਿਓ, ਅਸੀਂ ਹੁਣ ਕੁਐਸਚਨ ਕਰਨੇ ਨੇ। ਫਰੋਮ ਵੇਅਰ ਡੂ ਦਾ ਫਾਰਮਰਸ ਗੈਟ ਇਨਫੋਰਮੇਸ਼ਨ ਅਬਾਊਟ ਦਾ ਨਿਊ ਸੀਡਸ। ਫਾਰਮਰਸ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਨਵੇਂ ਬੀਜਾਂ ਬਾਰੇ ਕਿੱਥੋਂ ਪ੍ਰਾਪਤ ਕਰਦੇ ਨੇ? ਟੈਲੀਵਿਜ਼ਨ ਤੋਂ ਵੀ ਵੈਸੇ ਪ੍ਰਾਪਤ ਕਰ ਲੈਂਦੇ ਨੇ, ਔਰ ਜਾਂ ਕ੍ਰਿਸ਼ੀ ਜਿਹੜੇ ਵਿਗਿਆਨ ਕੇਂਦਰ ਖੁੱਲੇ ਹੁੰਦੇ ਨੇ ਹਰ ਡਿਸਟ੍ਰਿਕਟ ਦੇ ਵਿੱਚ, ਉੱਥੋਂ ਇਹ ਨਿਊ ਇਨਫੋਰਮੇਸ਼ਨ ਲੈ ਲੈਂਦੇ ਨੇ। ਨੈਕਸਟ ਕੁਐਸਚਨ ਹੈ, ਨੇਮ ਦਾ ਸਬਆਰਡੀਨੇਟ ਪ੍ਰੋਫੈਸ਼ਨ ਆਫ ਐਗਰੀਕਲਚਰ। ਐਗਰੀਕਲਚਰ ਤੋਂ ਇਲਾਵਾ ਹੋਰ ਕਿਹੜੇ ਜਿਹੜੇ ਆ ਪ੍ਰੋਫੈਸ਼ਨ ਹੈ ਦੱਸਿਆ ਸੀ। ਸਬਆਰਡੀਨੇਟ ਪ੍ਰੋਫੈਸ਼ਨ ਸੱਚ ਐਸ rearing livestock, fishing, beekeeping and mushroom harvesting। पशु पालना और मच्छी पालन और ਜਿਹੜੇ ਮਸ਼ਰੂਮ ਦੀ ਖੇਤੀ ਕੀਤੀ ਜਾਂਦੀ ਹੈ। ਬਟ ਜੌਬਸ ਆਰ ਡਨ ਬਾਈ ਵੂਮਨ। ਔਰਤਾਂ ਦੁਆਰਾ ਕਿਹੜੀਆਂ ਕੰਮ ਕੀਤੇ ਜਾਂਦੇ ਹਨ? ਵੂਮਨ ਮੇਕ ਐਂਡ ਸੈਲ ਪਿਕਲ, ਸੌਸ, ਸਪਾਈਸ ਐਂਡ ਮਰੱਬਾਸ ਐਂਡ ਆਲਸੋ ਟੇਕ ਕੇਅਰ ਆਫ ਪੈਟ ਐਨੀਮਲਸ। ਵੂਮਨ ਜਿਹੜੀਆਂ ਨੇ ਉਹ ਅਚਾਰ ਬਣਾਉਂਦੀਆਂ ਔਰ ਵੇਚਦੀਆਂ, ਮਸਾਲੇ, ਸੌਸ ਤੇ ਮੁਰੱਬਾ ਵੇਚਦੀਆਂ ਹਨ, ਅਤੇ ਉਹ ਘਰਾਂ ਦੇ ਵਿੱਚ ਜਿਹੜੇ ਰੱਖੇ ਹੋਏ ਪੈਟ ਐਨੀਮਲਸ ਜਿਵੇਂ ਕਾਓ, ਬਫੈਲੋ, ਉਹਨਾਂ ਦੀ ਟੇਕ ਕੇਅਰ ਵੀ ਕਰਦੀਆਂ ਹਨ। ਨੈਕਸਟ ਕੁਐਸਚਨ ਹੈ, what do the farmers of the other state do earn bread for their family when their crops are damaged। ਜਦੋਂ ਫਸਲਾਂ ਖਰਾਬ ਹੋ ਜਾਂਦੀਆਂ ਹਨ ਤਾਂ ਫਾਰਮਰਸ ਜਿਹੜੇ ਨੇ ਆਪਣਾ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਹਨ? ਤਾਂ ਉਹ ਕੀ ਕਰਦੇ ਨੇ, ਦੂਜੀਆਂ ਸਟੇਟਸ ਦੇ ਵਿੱਚ ਜਾ ਕੇ ਖੇਤੀਬਾੜੀ
ਦਾ ਕੰਮ ਕਰਦੇ ਹਨ ਜਾਂ ਫਿਰ ਕੋਈ ਨੌਕਰੀ ਕਰ ਲੈਂਦੇ ਹਨ। ਫੂਡ ਟ੍ਰੈਂਡਸ ਬੱਚੋ ਬਹੁਤ ਸਾਡੀਆਂ ਡਿਫਰੈਂਟ ਜਿਹੜੀਆਂ ਸਟੇਟਸ ਨੇ ਉੱਥੋਂ ਦੇ ਲੋਕ ਜਿਹੜੇ ਨੇ ਡਿਫਰੈਂਟ ਖਾਣਾ ਖਾਂਦੇ ਨੇ। ਹਰ ਸਟੇਟ ਦੇ ਲੋਕਾਂ ਦੀਆਂ ਜਿਹੜੀਆਂ ਨੇ ਡਿਫਰੈਂਟ ਫੂਡਸ ਹੈਬਿਟਸ ਨੇ। ਜਿਵੇਂ ਕਿ ਆਪਣੇ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਕੀ ਲਗਾਈ ਜਾਂਦੀ ਹੈ, ਵੀਟ ਲਗਾਈ ਜਾਂਦੀ ਹੈ। ਤਾਂ ਲੋਕੀ ਬਹੁਤ ਸਾਰੇ ਜਿਹੜਾ ਹੈ ਵੀਟ ਖਾਂਦੇ ਨੇ। ਔਰ ਬਿਹਾਰ ਤੇ ਬੰਗਾਲ ਦੇ ਜਿਹੜੇ ਲੋਕ ਹੈ, ਕਿਉਂਕਿ ਉੱਥੇ ਚਾਵਲ ਬਹੁਤ ਲੱਗਦਾ ਹੈ, ਇਸ ਕਰਕੇ ਉੱਥੋਂ ਦੇ ਲੋਕ ਚਾਵਲ ਖਾਂਦੇ ਨੇ। ਤੇ ਸਾਊਥ ਇੰਡੀਆ ਦੇ ਜਿਹੜੇ ਲੋਕ ਨੇ ਉਹ ਫਿਸ਼ ਜ਼ਿਆਦਾ ਖਾ ਕੇ ਖੁਸ਼ ਹੁੰਦੇ ਨੇ, ਕਿਉਂਕਿ ਉੱਥੇ ਜਿਹੜੀ ਫਿਸ਼ ਹੈ ਸੀ ਐਂਡ ਸਮੁੰਦਰ ਹੈ ਨੇੜੇ ਉੱਥੇ, ਇਸ ਕਰਕੇ ਉੱਥੇ ਉਹ ਫਿਸ਼ ਜ਼ਿਆਦਾ ਖਾਂਦੇ ਹਨ। ਬੱਚਿਓ ਆਪਾਂ ਬਹੁਤ ਸਾਰੇ ਵਿਆਹ ਸ਼ਾਦੀ ਤੇ ਜਾਂਦੇ ਹਾਂ ਤਾਂ ਦੇਖਦੇ ਹਾਂ ਕਿ ਕਿੰਨੀ ਤਰ੍ਹਾਂ ਦੇ ਖਾਣੇ ਲੱਗੇ ਹੁੰਦੇ ਹਨ। ਠੀਕ ਹੈ, ਤੇ ਖਾਣੇ ਜਿਹੜੇ ਨੇ ਲੱਗੇ ਹੁੰਦੇ ਨੇ ਤੇ ਅਸੀਂ ਸਾਰੇ ਹੀ ਲੋਕ ਜਿਹੜੇ ਆ ਅਲੱਗ-ਅਲੱਗ ਖਾਣਾ ਪਸੰਦ ਕਰਦੇ ਹਨ, ਪਰ ਅਸੀਂ ਜਿਹੜਾ ਖਾਣਾ ਵੇਸਟ ਵੀ ਬਹੁਤ ਕਰਦੇ ਹਾਂ। ਤੇ ਗੁਰਜੀਤ ਵੀ ਆਪਣੇ ਦਾਦਾ ਜੀ ਦੇ ਨਾਲ ਕਿਸੇ ਮੈਰਿਜ ਤੇ ਅਟੈਂਡ ਕਰਨ ਗਿਆ ਤੇ ਉੱਥੇ ਉਹਨੇ ਆਈਸਕ੍ਰੀਮ ਖਾਣ ਦੀ ਜਿੱਦ ਕੀਤੀ। ਤਾਂ ਫਿਰ ਦਾਦਾ ਜੀ ਉਹਨਾਂ ਨੇ ਦੱਸਿਆ ਕਿ ਬੱਚੋ ਇਹ ਚੀਜ਼ਾਂ ਜਿਹੜੀਆਂ ਨੇ ਘੱਟ ਖਾਣੀਆਂ ਚਾਹੀਦੀਆਂ ਨੇ। ਇਸ ਤੋਂ ਇਲਾਵਾ ਕਿਉਂਕਿ ਅੱਜ ਕੱਲ੍ਹ ਬੱਚੇ ਬਹੁਤ ਸਾਰੇ ਚਿਪਸ, ਫਰੂਟੀ, ਕੋਲਡ ਡਰਿੰਕਸ ਲੈਂਦੇ ਨੇ, ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਨੁਕਸਾਨ ਕਰਦੀਆਂ ਨੇ। ਤਾਂ ਦਾਦਾ ਜੀ ਉਹਨੂੰ ਸਮਝਾ ਰਹੇ ਸੀ ਕਿ ਮਿਲਕ ਕਰਡ, ਕੀ ਖੋਇਆ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ। ਫਰੂਟੀ ਵਗੈਰਾ ਦੀ ਥਾਂ ਤੇ ਸਾਨੂੰ ਫਰੈਸ਼ ਫਰੂਟ ਜਿਹੜੇ ਆ ਉਹ ਖਾਣੇ ਚਾਹੀਦੇ ਹਨ। ਤਾਂ ਉਹ ਦੱਸਦੇ ਹਨ ਕਿ ਸਾਡੇ ਟਾਈਮ ਸਾਰੇ ਲੋਕ ਜਿਹੜੇ ਨੇ ਮਿਲਕ ਵਗੈਰਾ ਜਾਂ ਘਰ ਦੀਆਂ ਚੀਜ਼ਾਂ ਬਣੀਆਂ ਹੋਈਆਂ ਹੀ ਖਾਂਦੇ ਸਨ। ਹੁਣ ਕਿਉਂਕਿ ਟਾਈਮ ਜਿਹੜਾ ਚੇਂਜ ਹੋ ਚੁੱਕਿਆ ਹੈ, ਲੋਕੀ ਬਹੁਤ ਵੈਰਾਈਟੀ ਆ ਚੁੱਕੀ ਹੈ ਫੂਡ ਦੀ, ਤੇ ਲੋਕੀ ਸਾਰੇ ਉਹੀ ਚੀਜ਼ਾਂ ਖਾਣੀਆਂ ਪਸੰਦ ਕਰਦੇ ਹਨ। ਤਾਂ ਸਾਨੂੰ ਇਹਨਾਂ ਚੀਜ਼ਾਂ ਨੂੰ ਦਾ ਘੱਟ ਯੂਜ਼ ਕਰਨਾ ਚਾਹੀਦਾ ਹੈ। ਉਹਦੀ ਥਾਂ ਤੇ ਮਿਲਕ, ਬਟਰ ਔਰ ਸੀਰੀਅਲ ਜਿਹੜੇ ਨੇ ਖਾਣੇ ਚਾਹੀਦੇ ਨੇ। ਉਹ ਦੱਸਦੇ ਹੈ ਆਪਣੇ ਗੁਰਜੀਤ ਨੂੰ ਕਿ ਜਿਹੜੇ ਤੁਹਾਡੇ ਫਾਦਰ ਸੀਗੇ ਕਿ ਉਹ ਬਕਟ ਦੇ ਵਿੱਚ ਹੀ ਦੁੱਧ ਕੱਢ ਲੈਂਦੇ ਨੇ ਕਾਓ ਦਾ, ਉਹਨਾਂ ਨੂੰ ਤਿਉੜ ਕਿਹਾ ਜਾਂਦਾ ਹੈ। ਤੇ ਸਾਰੇ ਲੋਕ ਕੀ ਕਰਦੇ ਸੀ, ਦੁਪਹਿਰ ਦੇ ਟਾਈਮ ਖਾਣਾ ਖਾਣ ਤੋਂ ਬਾਅਦ ਉਹ ਕਾੜ੍ਹਨੀ ਦੇ ਵਿੱਚ, ਕਾੜ੍ਹਨੀ ਹੁੰਦੀ ਜਿਹਦੇ 'ਚ ਸਾਰਾ ਦਿਨ ਜਿਹੜਾ ਦੁੱਧ ਕੱਢਦਾ ਰਹਿੰਦਾ ਹੈ, ਤੇ ਉਹ ਪੀਂਦੇ ਸੀ। ਤੇ ਕਿਉਂਕਿ ਉਹਨਾਂ ਦੀ ਨਿਊਟ੍ਰੀਸ਼ਨ ਜਿਹੜੀ ਵੈਲਿਊ ਹੈ ਉਹ ਜ਼ਿਆਦਾ ਹੁੰਦੀ ਹੈ। ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਤੇ ਨਹੀਂ ਖਾਣਾ ਚਾਹੀਦਾ। ਬੱਚੋ ਜਿਹੜੇ ਲੋਕ ਨੇ ਜਿਵੇਂ ਰਾਜਸਥਾਨ ਦੇ, ਉਹ ਕੀ ਪਸੰਦ ਕਰਦੇ ਨੇ, ਮਿਰਚੀ ਵੜਾ, ਮੱਖਣ ਵੜਾ, ਦਾਲ ਬਾਟੀ ਚੂਰਮਾ, ਇਹ ਉੱਥੋਂ ਦੀਆਂ ਰਾਜਸਥਾਨ ਦੀਆਂ ਨੇ ਕੋਮਨ ਖਾਣਾ। ਔਰ ਜਿਹੜੇ ਲੋਕ ਨੇ ਸਾਊਥ ਦੇ, ਉਹ ਇਡਲੀ ਡੋਸਾ ਖਾਣਾ ਪਸੰਦ ਕਰਦੇ ਨੇ। ਤੇ ਸਾਨੂੰ ਜਦੋਂ ਕਿਤੇ ਵਿਆਹ ਸ਼ਾਦੀ ਦੇ ਵਿੱਚ ਜਾਂਦੇ ਹਾਂ ਤਾਂ ਘੱਟ ਤੋਂ ਘੱਟ ਜਿਹੜਾ ਖਾਣਾ ਵੇਸਟ ਕਰਨਾ ਚਾਹੀਦਾ ਹੈ, ਕਿਉਂਕਿ ਲੋਕ ਜਿਹੜੇ ਨੇ ਬਹੁਤ ਸਾਰੀਆਂ ਪਲੇਟਸ ਭਰ ਲੈਂਦੇ ਨੇ ਪਰ ਵੇਸਟ ਜ਼ਿਆਦਾ ਕਰਦੇ ਨੇ। ਬੈਟਰ ਇਹੀ ਹੈ ਕਿ ਅਸੀਂ ਉਹ ਖਾਣਾ ਬਚਾਈਏ, ਵੇਸਟ ਨਾ ਕਰੀਏ। ਔਰ ਅਗਰ ਜੇ ਖਾਣਾ ਬਚ ਜਾਂਦਾ ਹੈ ਤਾਂ ਕਿਸੇ ਬੈਗਰਸ ਨੂੰ ਜਾਂ ਜਿਹੜੇ ਗਰੀਬ ਬੱਚਿਆਂ ਨੂੰ ਉਹ ਖਾਣਾ ਪ੍ਰੋਵਾਈਡ ਕਰ ਦੇਣਾ ਚਾਹੀਦਾ ਹੈ, ਤਾਂ ਕਿ ਉਹ ਵੀ ਪੇਟ ਭਰ ਕੇ ਖਾਣਾ ਖਾ ਸਕਣ। ਸੋ ਇਹ ਜਿਹੜੇ ਟ੍ਰੈਂਡਸ ਬਦਲ ਗਏ ਨੇ ਖਾਣਾ ਖਾਣ ਦੇ ਨੇ, ਤੇ ਅੱਜ ਕੱਲ੍ਹ ਦੀ ਜਨਰੇਸ਼ਨ ਜਿਵੇਂ ਬਰਗਰ, ਚਿਪਸ, ਇਹਨਾਂ ਚੀਜ਼ਾਂ ਨੂੰ ਘੱਟ ਕਰਨਾ ਚਾਹੀਦਾ ਹੈ। ਨਾਓ ਥਿੰਗਸ ਟੂ ਰਿਮੈਂਬਰ ਬੱਚਿਓ, ਫਾਰਮਰਸ ਆਪਣੇ ਖੇਤਾਂ ਦੇ ਵਿੱਚ ਬਹੁਤ ਮਿਹਨਤ ਕਰਦੇ ਨੇ ਫਸਲਾਂ ਉਗਾਉਣ ਦੇ ਵਿੱਚ। ਤੇ ਜਿਹੜੀ ਕ੍ਰੌਪਸ ਦੀ ਪ੍ਰੋਡਕਸ਼ਨ ਹੈ ਵਧੀਆ ਹੋ ਜੇ, ਉਹਦੇ ਉੱਤੇ ਆਪਾਂ ਕੀ ਯੂਜ਼ ਕਰਦੇ ਹਾਂ, ਮੈਨਿਓਰ, ਜਿਹਨੂੰ ਆਪਾਂ ਖਾਦ ਕਹਿੰਦੇ ਹਾਂ। ਕਈ ਵਾਰੀ ਜਿਹੜੀਆਂ ਨੇ ਜ਼ਿਆਦਾ ਬਾਰਿਸ਼ ਆ ਗਈ ਜਾਂ ਸੋਕਾ ਪੈ ਗਿਆ ਤਾਂ ਜਿਹੜੀਆਂ ਕ੍ਰੌਪਸ ਹੈ ਉਹ ਖਰਾਬ ਹੋ ਜਾਂਦੀਆਂ ਨੇ। ਪੀਪਲ ਆਫ ਡਿਫਰੈਂਟ ਸਟੇਟ ਈਟ ਡਿਫਰੈਂਟ ਫੂਡ। ਡਿਫਰੈਂਟ ਸਟੇਟ ਦੇ ਲੋਕ ਜਿਹੜੇ ਆ ਉਹ ਡਿਫਰੈਂਟ ਖਾਣਾ ਪਸੰਦ ਕਰਦੇ ਨੇ। ਤੇ ਅਕੋਰਡਿੰਗ ਟੂ ਟੇਸਟ ਜਿਹੜਾ ਹੈ, ਸਾਰੇ ਜਿਵੇਂ ਬਜ਼ੁਰਗ ਹੈ ਉਹਨਾਂ ਦਾ ਖਾਣਾ ਅਲੱਗ ਹੈ ਜਾਂ ਬੱਚਿਆਂ ਦਾ ਖਾਣਾ ਅਲੱਗ ਹੈ।
ਉਹ ਖਾਣਾ ਪਸੰਦ ਕਰਦੇ ਨੇ। ਕੁਐਸਚਨ ਆ ਗਿਆ ਵਿਚ ਟਾਈਪ ਆਫ ਫੂਡ ਸ਼ੁੱਡ ਬੀ ਟੇਕਨ ਟੂ ਕੀਪ ਹੈਲਦੀ। ਕਿਸ ਟਾਈਪ ਦਾ ਬੱਚੋ ਜਿਹੜਾ ਖਾਣਾ ਸਾਨੂੰ ਖਾਣਾ ਚਾਹੀਦਾ ਹੈ ਜਿਹਦੇ ਨਾਲ ਅਸੀਂ ਹੈਲਦੀ ਰਹੀਏ। ਸਾਨੂੰ ਕੀ ਖਾਣਾ ਚਾਹੀਦਾ ਹੈ? ਮਿਲਕ, ਕਰਡ, ਘੀ, ਖੋਇਆ ਔਰ ਫਰੈਸ਼ ਫਰੂਟਸ ਜਿਹੜੇ ਨੇ ਖਾਣੇ ਚਾਹੀਦੇ ਨੇ। ਇਹ ਐਕਟੀਵਿਟੀ ਹੈ ਕਲੈਕਟ ਐਨ ਇਨਫੋਰਮੇਸ਼ਨ ਆਫ ਦਾ ਫੂਡ ਹੈਬਿਟ ਆਫ ਯੂਰ ਫਰੈਂਡਸ ਐਂਡ ਰਾਈਟ ਵਟ ਦੇ ਈਟ। ਨੇਮ ਆਫ ਫਰੈਂਡ, ਵਟ ਹੀ ਈਟ। ਇੱਥੇ ਤੁਸੀਂ ਆਪਣੇ ਫਰੈਂਡ ਦਾ ਨਾਮ ਲਿਖੋਗੇ, ਉਹ ਕੀ ਖਾਣਾ ਪਸੰਦ ਕਰਦਾ ਹੈ ਉਹਦੇ ਬਾਰੇ ਲਿਖੋਗੇ। ਨੈਕਸਟ ਐਕਟੀਵਿਟੀ ਹੈ ਵਟ ਡਿਡ ਯੂਅਰ ਫਾਦਰ ਯੂਜ਼ ਟੂ ਈਟ ਇਨ ਚਾਈਲਡਹੁੱਡ। ਤੁਹਾਡੇ ਦਾਦਾ ਜੀ ਬਚਪਨ ਦੇ ਵਿੱਚ ਕੀ ਖਾਂਦੇ ਸੀ ਤੇ ਹੁਣ ਕੀ ਉਹ ਖਾਂਦੇ ਹਨ। ਇਹ ਉਸ ਜਾਂ ਖਾਣਾ ਪਸੰਦ ਕਰਦੇ ਹਨ ਜਾਂ ਹੁਣ ਕੀ ਖਾਂਦੇ ਹਨ, ਇਹਦੇ ਤੇ ਤੁਸੀਂ ਲਿਖੋਗੇ। ਨੈਕਸਟ ਕੁਐਸਚਨ ਦੇ ਵਿੱਚ ਤੁਹਾਡੇ ਡਿਫਰੈਂਟ ਜਿੰਨੇ ਵੀ ਫੈਮਿਲੀ ਮੈਂਬਰਸ ਨੇ ਜਿਵੇਂ ਬ੍ਰਦਰ ਸਿਸਟਰ, ਉਹਨਾਂ ਦਾ ਨਾਮ ਲਿਖ ਕੇ ਉਹਨਾਂ ਦਾ ਕਿਹੜਾ ਫੇਵਰਟ ਫੂਡ ਹੈ ਇਹ ਤੁਸੀਂ ਲਿਖੋਗੇ। ਹੋਪ ਕਲੀਅਰ ਹੋ ਗਿਆ ਹੋਏਗਾ ਚੈਪਟਰ। ਥੈਂਕ ਯੂ।